16 ਅਪ੍ਰੈਲ 2022 ਨੂੰ ਸਾਮਲ ਧਾਮੀ ਉਹਨਾਂ ਦੀ ਕਹਾਣੀ ਪੰਜਾਬੀ ਦੇ ਪ੍ਰਸਿੱਧ ਅਖਬਾਰ ਪੰਜਾਬੀ ਟ੍ਰਿਬਿਊਨ ਦੇ ਵਿੱਚ ਛਪੀ, ਜਿਹਦਾ ਸਿਰਲੇਖ ਹੈ ਜੀ ਦੋ ਦੋਸਤਾਂ ਦੀ ਕਹਾਣੀ। ਆਓ ਸੁਣਦੇ ਹਾਂ ਜੀ ਇਹ ਕਹਾਣੀ। ਡਸਕਾ ਹੈ ਤਾਂ ਸਿਆਲਕੋਟ ਦੀ ਤਹਿਸੀਲ, ਪਰ ਇਸ ਨੂੰ ਸ਼ਾਹੀ ਜੱਟਾਂ ਦੀ ਰਾਜਧਾਨੀ ਵੀ ਕਿਹਾ ਜਾ ਸਕਦਾ ਹੈ। ਡਸਕੇ ਦੇ ਅਸਰ ਰਸੂਖ ਵਾਲੇ ਸ਼ਾਹੀ ਟੱਬਰਾਂ 'ਚੋਂ 3 ਸਿੱਖ ਸਨ ਅਤੇ 1 ਮੁਸਲਮਾਨ। ਮੁਸਲਮਾਨਾਂ ਦਾ ਵਡੇਰਾ ਨਵਾਈਦਾਰ ਸਿੰਘ ਭੰਗੀ ਮਿਸਲ ਦੇ ਦੌਰ ਵਿੱਚ ਮੁਸਲਮਾਨ ਹੋ ਗਿਆ ਸੀ। ਇਸੀ ਖਾਨਦਾਨ 'ਚ ਸਰ ਜ਼ਫਰੁੱਲਾ ਖਾਂ ਸ਼ਾਹੀ ਹੋਏ ਨੇ। ਬ੍ਰਿਟਿਸ਼ ਭਾਰਤ ਦੇ ਆਖਰੀ ਰੇਲਵੇ ਮੰਤਰੀ ਅਤੇ ਪਾਕਿਸਤਾਨ ਦੇ ਪਹਿਲੇ ਵਿਦੇਸ਼ ਮੰਤਰੀ। ਇਹ ਕਹਾਣੀ ਸਰ ਜ਼ਫਰੁੱਲਾ ਖਾਂ ਸ਼ਾਹੀ ਦੇ ਸਕੇ ਭਤੀਜੇ ਮੁਨੱਵਰ ਖਾਂ ਸ਼ਾਹੀ ਅਤੇ ਉਹਦੇ ਦੋਸਤ ਸਰਦਾਰ ਸ਼ਿਵਦਰਸ਼ਨ ਸਿੰਘ ਸ਼ਾਹੀ ਦੀ ਹੈ। ਦੋਹਾਂ ਦੇ ਮਜ਼ਹਬ ਬੇਸ਼ੱਕ ਵੱਖੋ ਵੱਖਰੇ ਹੋ ਗਏ ਸਨ, ਪਰ ਲਹੂ ਇੱਕ ਸੀ। ਦੋਵੇਂ ਇੱਕੋ ਪਿੰਡ 'ਚ ਪੈਦਾ ਹੋਏ, ਇੱਕੋ ਗਲੀਆਂ 'ਚ ਖੇਡੇ, ਇੱਕੋ ਸਕੂਲ 'ਚ ਪੜ੍ਹੇ। ਅੱਜ ਕੱਲ੍ਹ ਸ਼ਿਵਦਰਸ਼ਨ ਸਿੰਘ ਹੋਣੀ 88 ਵਰ੍ਹਿਆਂ ਦੇ ਨੇ ਅਤੇ ਦਿੱਲੀ 'ਚ ਵਸਦੇ ਨੇ। ਪਿਛਲੇ ਦਿਨੀਂ ਮੇਰੀ ਉਹਨਾਂ ਨਾਲ ਮੁਲਾਕਾਤ ਹੋਈ, ਲੰਮੀ ਮੁਲਾਕਾਤ। ਮੇਰਾ ਦੇਸ਼ ਭਾਵੇਂ ਬਦਲ ਗਿਆ ਏ, ਪਰ ਮੇਰਾ ਵਤਨ ਉਹੀ ਰਹੇਗਾ, ਮਰਦੇ ਦਮ ਤੱਕ ਉਹੀ ਰਹੇਗਾ। ਇਹ ਕਹਿੰਦਿਆਂ ਉਹਨਾਂ ਦਾ ਗੱਚ ਭਰ ਆਇਆ ਸੀ। ਡਸਕੇ ਦੇ 3 ਜ਼ੈਲਦਾਰ ਸਨ। ਉਹਨਾਂ 'ਚੋਂ ਇੱਕ ਅਮਰ ਸਿੰਘ ਸ਼ਾਹੀ ਸੀ। ਉਹਨਾਂ ਡਸਕੇ ਦੇ ਹਸਪਤਾਲ ਲਈ ਜ਼ਮੀਨ ਦਾਨ ਕੀਤੀ ਸੀ। ਉਸ ਜ਼ਮੀਨ 'ਚ ਸ਼ਿਵਦਰਸ਼ਨ ਸਿੰਘ ਦੇ ਬਾਪ ਸਰਦਾਰ ਸ਼ਿਵਦੇਵ ਸਿੰਘ ਹੋਰਾਂ ਹਸਪਤਾਲ ਬਣਾਇਆ ਸੀ। ਸਰਦਾਰ ਸ਼ਿਵਦੇਵ ਸਿੰਘ ਹੋਣੀ ਚੀਫ ਖਾਲਸਾ ਦੀਵਾਨ ਦੇ ਮੋਢੀਆਂ ਵਿੱਚੋਂ ਇੱਕ ਸਨ। ਭਾਵੇਂ ਉਹ ਵੱਡੇ ਜ਼ਿਮੀਂਦਾਰ ਸਨ, ਪਰ ਉਹਨਾਂ ਦਾ ਰੁਝਾਨ ਖੇਤੀਬਾੜੀ ਦੇ ਮੁਕਾਬਲੇ ਕਾਰੋਬਾਰ 'ਚ ਜ਼ਿਆਦਾ ਸੀ। ਉਹਨਾਂ ਆਪਣੇ ਸਾਂਢੂ ਨਾਲ ਮਿਲ ਕੇ ਦਿੱਲੀ 'ਚ ਕੰਸਟਰਕਸ਼ਨ ਕੰਪਨੀ ਖੋਲ੍ਹ ਲਈ ਸੀ। ਧੀ ਸ਼ਿਵਦਰਸ਼ਨ ਕੌਰ ਤੋਂ 7 ਵਰ੍ਹੇ ਬਾਅਦ 1934 ਵਿੱਚ ਜਦ ਉਹਨਾਂ ਦੇ ਘਰ ਸ਼ਿਵਦਰਸ਼ਨ ਸਿੰਘ ਦਾ ਜਨਮ ਹੋਇਆ, ਤਾਂ ਸ਼ਿਵਦੇਵ ਸਿੰਘ ਹੋਣੀ ਦਿੱਲੀ ਤੋਂ ਡਸਕੇ ਮੁੜਨ ਦਾ ਫੈਸਲਾ ਕਰ ਲਿਆ ਸੀ। ਸਾਡਾ ਜੱਦੀ ਘਰ ਡਸਕੇ ਦੀ ਸੰਘਣੀ ਆਬਾਦੀ ਵਿੱਚ ਸੀ। ਫਿਰ ਨਿਸਬਤ ਰੋਡ 'ਤੇ ਆਪਣੀ ਜ਼ਮੀਨ 'ਚ ਘਰ ਬਣਾਇਆ ਸੀ। ਸ਼ਿਵਦਰਸ਼ਨ ਹੋਣੀ ਦੱਸਿਆ ਸੀ, ਮਹਿਲਨੁਮਾ ਘਰ ਸੀ ਉਹ। ਸ਼ੇਰਾਂ ਦੇ ਮੂੰਹਾਂ 'ਚੋਂ ਪਰਨਾਲੇ ਨਿਕਲਦੇ ਸਨ। ਘਰ ਦੇ 4 ਪਾਸੇ ਬਰਾਮਦੇ ਸਨ। ਵਿਚਕਾਹੇ ਵੱਡਾ ਵਿਹੜਾ ਸੀ। ਵਿਹੜੇ ਦੇ ਬਾਹਰ ਬਾਵਰਚੀਖਾਨੇ ਸਨ। ਪਿਛਵਾੜੇ ਡੰਗਰਾਂ ਦਾ ਸ਼ਾਨਦਾਰ ਤਬੇਲਾ ਸੀ। ਘਰ ਦੇ ਪਿੱਛੇ ਤਕਰੀਬਨ 2.5 ਕਿੱਲਿਆਂ 'ਚ ਫਲਦਾਰ ਬੂਟੇ ਲਗਾਏ ਗਏ ਸਨ। ਇਹ ਕੋਠੀ ਅਤੇ ਬਾਗ ਮੋਹਰਾਂ ਨਾਲ ਭਰੇ ਰਹਿੰਦੇ ਸਨ। ਇਸ ਕਰਕੇ ਇਸ ਨੂੰ ਅੱਜ ਵੀ ਮੋਹਰਾਂ ਵਾਲੀ ਕੋਠੀ ਕਿਹਾ ਜਾਂਦਾ ਹੈ। ਇਸ ਬਾਗ 'ਚ ਖੂਹੀ ਸੀ। ਇਸ ਖੂਹੀ ਤੋਂ ਬਾਗ ਨੂੰ ਪਾਣੀ ਲਗਾਉਣ ਲਈ ਸੀਮਟਡ ਖਾਲੀਆਂ ਸਨ। ਖੂਹੀ 'ਤੇ ਬੜਾ ਖੂਬਸੂਰਤ ਥੜਾ ਬਣਿਆ ਹੋਇਆ ਸੀ। ਗੈਰਾਜ ਦੇ ਸਾਹਮਣੇ ਇੱਕ ਮੌਲਸਰੀ ਦਾ ਦਰਖਤ ਹੁੰਦਾ ਸੀ। 4ਥੀ ਤੱਕ ਵੱਖ-ਵੱਖ ਸਕੂਲਾਂ 'ਚ ਪੜ੍ਹਨ ਤੋਂ ਬਾਅਦ ਮੈਂ ਅਤੇ ਮੁਨੱਵਰ ਸਕਾਚ ਮਿਸ਼ਨ ਹਾਈ ਸਕੂਲ 'ਚ ਦਾਖਲ ਹੋਏ। ਮੁਨੱਵਰ ਖਾਂ ਘੋੜਾ ਦੜਾਉਂਦਾ। ਚਾਚੇ ਰਿਸ਼ਪਾਲ ਸਿੰਘ ਨੇ ਮੇਰੇ ਬਾਰੇ ਆਖਣਾ, ਇਹਦਾ ਪਿਓ ਵੀ ਪੜ੍ਹ ਲਿਖ ਕੇ ਖਰਾਬ ਹੋ ਗਿਆ, ਉਹਨੇ ਆਪਣੇ ਪੁੱਤਰ ਨੂੰ ਵੀ ਖਰਾਬ ਕਰ ਲੈਣਾ। ਚੌਧਰੀ ਸ਼ੁਕਰੁੱਲਾ ਖਾਂ ਦੇ ਪੁੱਤਰ ਮੁਨੱਵਰ ਖਾਂ ਵੱਲ ਦੇਖੋ। ਮੇਰਾ ਉਹ ਭਤੀਜਾ ਬੰਦੂਕ ਵੀ ਚਲਾ ਲੈਂਦਾ ਅਤੇ ਘੋੜਾ ਵੀ ਦੌੜਾ ਲੈਂਦਾ, ਅਤੇ ਇਹ ਸਾਰਾ ਦਿਨ ਸਾਈਕਲ ਚਲਾਉਂਦਾ ਰਹਿੰਦਾ। ਇਹ ਗੱਲ ਦੱਸਦਿਆਂ ਸ਼ਿਵਦਰਸ਼ਨ ਸਿੰਘ ਹੋਣੀ ਹੱਸ ਪਏ ਸਨ। ਸ਼ਿਵਦਰਸ਼ਨ ਸਿੰਘ ਨਾਜ਼ੁਕ ਮਿਜ਼ਾਜ ਮੁੰਡਾ ਸੀ। ਇੱਕ ਦਿਨ ਕਿਸੇ ਮੁਸਲਮਾਨ ਮੁੰਡੇ ਨੇ ਉਹਨੂੰ ਮਾਰਿਆ। ਉਹ ਕੁਝ ਨਾ ਬੋਲਿਆ, ਪਰ ਕੋਲ ਖੜ੍ਹੇ ਮੁਨੱਵਰ ਖਾਂ ਦਾ ਖੂਨ ਖੌਲ ਉੱਠਿਆ। ਮੁਨੱਵਰ ਖਾਂ ਨੇ ਉਸ ਮੁੰਡੇ ਨੂੰ ਬਹੁਤ ਕੁੱਟਿਆ। ਉਸ ਦਿਨ ਸ਼ਿਵਦਰਸ਼ਨ ਛੇਤੀ ਘਰ ਚਲਾ ਆਇਆ ਸੀ।
ਉਹਨੇ ਘਰ ਆ ਕੇ ਸਾਰੀ ਕਹਾਣੀ ਵੱਡੀ ਭੈਣ ਨੂੰ ਸੁਣਾਈ ਸੀ। ਮਨੱਵਰ ਦੇ ਘਰ ਅਤੇ ਸਕੂਲ ਦੇ ਅਦਵਾਟੇ ਸ਼ਿਵ ਦਰਸ਼ਨ ਹੋਰਾਂ ਦੀ ਮੋਰਾਂ ਵਾਲੀ ਕੋਠੀ ਸੀ। ਉਸ ਦਿਨ ਪੂਰੀ ਛੁੱਟੀ ਵੇਲੇ ਮਨੱਵਰ ਨੇ ਦੇਖਿਆ ਕਿ ਕੋਠੀ ਦੇ ਮੁੱਖ ਦੁਆਰ 'ਤੇ ਸ਼ਿਵ ਦਰਸ਼ਨ ਆਪਣੀ ਭੈਣ ਨਾਲ ਖੜ੍ਹਾ ਸੀ। ਜਦੋਂ ਉਹ ਕੋਲ ਦੀ ਲੰਘਣ ਲੱਗਾ ਤਾਂ ਭੈਣ ਨੇ ਮਨੱਵਰ ਦਾ ਕਲਾਵਾ ਭਰਦਿਆਂ ਆਖਿਆ ਸੀ, ਅੱਜ ਤੋਂ ਮੇਰੇ 2 ਭਰਾ ਨੇ। ਉਸ ਦਿਨ ਤੋਂ ਬਾਅਦ ਮੈਂ ਅਤੇ ਮਨੱਵਰ ਦੋਸਤ ਬਣ ਗਏ। ਮੈਂ ਹਰ ਰੋਜ਼ ਦਰਵਾਜ਼ੇ 'ਤੇ ਖੜੋ ਕੇ ਮਨੱਵਰ ਨੂੰ ਉਡੀਕਦਾ। ਅਸੀਂ ਦੋਵੇਂ ਇਕੱਠੇ ਸਕੂਲ ਜਾਂਦੇ। ਸਕੂਲੋਂ ਮੁੜਦੇ ਵਕਤ ਮਨੱਵਰ ਸਾਡੀ ਕੋਠੀ ਅੰਦਰ ਆ ਜਾਂਦਾ। ਅਸੀਂ ਸ਼ਾਮ ਤੱਕ ਗੱਲਾਂ ਕਰਦੇ। ਇੱਕ ਵਾਰ ਅਸੀਂ ਕਿਸੇ ਗੱਲੋਂ ਰੁੱਸ ਵੀ ਗਏ ਸਾਂ। ਉਹ 3 ਦਿਨ ਸਾਡੇ ਘਰ ਨਹੀਂ ਸੀ ਆਇਆ। ਭੈਣ ਨੇ ਕਾਰਨ ਪੁੱਛਿਆ ਤਾਂ ਮੈਂ ਉਹਦੀ ਨਾਰਾਜ਼ਗੀ ਵਾਲੀ ਗੱਲ ਸੁਣਾ ਦਿੱਤੀ ਸੀ। ਅਗਲੇ ਦਿਨ ਛੁੱਟੀ ਵੇਲੇ ਮਨੱਵਰ ਨੇ ਦੇਖਿਆ ਕਿ ਭੈਣ ਉਹਦੇ ਸਾਹਮਣੇ ਗੇਟ 'ਤੇ ਖੜੋਤੀ ਸੀ। ਮਨੱਵਰ ਲਈ ਕਦਮ ਪੁੱਟਣਾ ਮੁਹਾਲ ਹੋ ਗਿਆ ਸੀ। ਉਹਨੇ ਉਲਟੇ ਪਾਸੇ ਦੇਖਣਾ ਸ਼ੁਰੂ ਕਰ ਦਿੱਤਾ। ਭੈਣ ਦੀ ਆਵਾਜ਼ ਆਈ, ਮਨੱਵਰ। ਮਨੱਵਰ ਨੇ ਇੰਤਜ਼ਾਰ ਕੀਤਾ ਜਿਵੇਂ ਸੁਣਿਆ ਨਾ ਹੋਵੇ। ਦੂਜੀ ਆਵਾਜ਼ ਆਈ, ਮਨੱਵਰ। ਉਹਨੇ ਫਿਰ ਇੰਜ ਕੀਤਾ ਕਿ ਸੁਣਿਆ ਨਹੀਂ। ਆਖਰ ਭੈਣ ਸੜਕ ਦੇ ਵਿਚਕਾਰ ਆ ਗਈ। ਉਹਨੂੰ ਬਾਹੋਂ ਫੜ ਕੇ ਖਿੱਚ ਕੇ ਧਰੋਂਦੀ ਹੋਈ ਗੇਟ ਅੰਦਰ ਲੈ ਗਈ। ਆਂਦੀ, ਤੇਰੀ ਲੜਾਈ ਹੋਈ ਹੋਵੇਗੀ ਸ਼ਿਵ ਦਰਸ਼ਨ ਨਾਲ। ਤੇਰੀ ਮੇਰੇ ਨਾਲ ਤਾਂ ਲੜਾਈ ਨਹੀਂ ਹੋਈ। ਇਹ ਸਿਰਫ ਸ਼ਿਵ ਦਰਸ਼ਨ ਦਾ ਘਰ ਨਹੀਂ, ਇਹ ਮੇਰਾ ਵੀ ਘਰ ਹੈ, ਤੇਰੀ ਭੈਣ ਦਾ। ਇਹ ਤੇਰੇ ਤਾਏ ਸ਼ਿਵਦੇਵ ਸਿੰਘ ਦਾ ਘਰ ਹੈ। ਇਹ ਵਾਕਿਆ ਸੁਣਾਉਂਦਿਆਂ ਸ਼ਿਵ ਦਰਸ਼ਨ ਹੋਣੀ ਪਾਪ ਖੋ ਗਏ ਸਨ। ਜਦੋਂ ਵੰਡ ਹੋਈ, ਸ਼ਿਵ ਦਰਸ਼ਨ ਹੋਣੀ 9ਵੀਂ 'ਚ ਪੜ੍ਹਦੇ ਸਨ। ਉਹਨਾਂ ਜਿਸ ਦਿਨ ਡਸਕਾ ਛੱਡਿਆ, ਉਸ ਦਿਨ ਮਨੱਵਰ ਖਾਂ ਆਪਣੇ ਚਾਚੇ ਚੌਧਰੀ ਮਸੂਦ ਖਾਨ ਨਾਲ ਕਾਦੀਆਂ ਵਾਲੇ ਘਰ ਗਿਆ ਹੋਇਆ ਸੀ। 15-20 ਦਿਨਾਂ ਬਾਅਦ ਜਦੋਂ ਉਹ ਡਸਕੇ ਮੁੜਿਆ ਤਾਂ ਹਿੰਦੂ ਸਿੱਖਾਂ ਦਾ ਕੈਂਪ ਲੱਗਾ ਹੋਇਆ ਸੀ। ਉਹ ਨੱਠਦਾ ਹੋਇਆ ਮੋਰਾਂ ਵਾਲੀ ਕੋਠੀ ਵੱਲ ਗਿਆ। ਉੱਥੇ ਜੰਦਰੇ ਲੱਗੇ ਹੋਏ ਸਨ। ਉਹਦਾ ਸਭ ਨਾਲੋਂ ਪਿਆਰਾ ਦੋਸਤ ਰੇਲ ਗੱਡੀ 'ਚ ਬੈਠ ਕੇ ਹਿੰਦੁਸਤਾਨ ਚਲਾ ਗਿਆ ਸੀ। ਉਹਨੂੰ ਇਸ ਗੱਲ ਦਾ ਪਛਤਾਵਾ ਸੀ ਕਿ ਉਹ ਆਖਰੀ ਸਮੇਂ ਉਸ ਨੂੰ ਅਲਵਿਦਾ ਵੀ ਨਹੀਂ ਸੀ ਕਹਿ ਸਕਿਆ। ਮਨੱਵਰ ਹੁਣਾਂ ਘਰ ਦੇ ਵਿਹੜੇ 'ਚ ਆਪਣੇ ਦੋਸਤ ਦੀ ਯਾਦ 'ਚ ਮੌਲਸਰੀ ਦਾ ਪੌਦਾ ਲਗਾਇਆ। ਦਿਨ, ਮਹੀਨੇ, ਸਾਲ ਲੰਘਦੇ ਗਏ। ਮਨੱਵਰ ਖਾਂ ਸ਼ਿਵ ਦਰਸ਼ਨ ਸਿੰਘ ਦਾ ਖਤ ਉਡੀਕਦਾ ਰਿਹਾ। ਕਦੇ ਕਦੇ ਉਹ ਨਹੋਰੇ ਜਿਹੇ 'ਚ ਆਖਦਾ, ਚਲੋ ਮੈਨੂੰ ਤਾਂ ਸ਼ਿਵ ਦਰਸ਼ਨ ਦਾ ਸਰਨਾਮਾ ਨਹੀਂ ਪਤਾ, ਪਰ ਉਹਨੂੰ ਤਾਂ ਮੇਰਾ ਥਾਂ ਟਿਕਾਣਾ ਯਾਦ ਹੈ। ਮਨੱਵਰ ਖਾਂ ਪੁੱਤਰ ਚੌਧਰੀ ਸ਼ਕਰੁੱਲਾ ਖਾਂ, ਡਸਕਾ, ਸਿਆਲਕੋਟ। ਖਤ ਉੱਤੇ ਇੰਨਾ ਹੀ ਲਿਖਣਾ ਕਾਫੀ ਹੈ। ਜਦੋਂ ਕਦੇ ਉਹਨੂੰ ਆਪਣੇ ਗਵਾਚੇ ਯਾਰ 'ਤੇ ਗੁੱਸਾ ਚੜ੍ਹਦਾ ਤਾਂ ਆਖਦਾ, ਕਦੇ ਸ਼ਿਵ ਦਰਸ਼ਨ ਮੇਰੇ ਸਾਹਮਣੇ ਹੋਵੇ ਤਾਂ ਉਹਨੂੰ ਮੈਂ ਦੋਵੇਂ ਮੋਢਿਆਂ ਤੋਂ ਫੜ ਕੇ ਐਡੀ ਜ਼ੋਰ ਦੀ ਝੰਜੋੜਾਂ ਕਿ ਉਹ ਜ਼ਮੀਨ 'ਤੇ ਡਿੱਗ ਪਵੇ। ਵੰਡ ਤੋਂ ਕੋਈ 8 ਵਰ੍ਹਿਆਂ ਬਾਅਦ ਉਹਨਾਂ ਵਿਚਕਾਰ ਖਤੋ ਕਿਤਾਬ ਸ਼ੁਰੂ ਹੋਈ ਸੀ। ਵੰਡ ਤੋਂ 10 ਸਾਲ ਬਾਅਦ 1957 'ਚ ਮਨੱਵਰ ਖਾਂ ਹਿੰਦੁਸਤਾਨ ਆਇਆ, ਦਿੱਲੀ। ਭੈਣ ਸ਼ਿਵ ਦਰਸ਼ਨ ਕੌਰ ਵੀ ਮਿਲਣ ਆਈ। ਨਾਲ ਉਹਦਾ 8 ਕੁ ਵਰ੍ਹਿਆਂ ਦਾ ਪੁੱਤਰ ਬਾਟੂ ਸੀ, ਵੱਡੇ ਘਰ ਦਾ ਸ਼ਰਾਰਤੀ ਮੁੰਡਾ। ਇੱਕ ਦਿਨ ਸ਼ਰਾਰਤ ਕਰਕੇ ਘਰੋਂ ਉੱਠ ਦੌੜਿਆ। ਮਨੱਵਰ ਹੋਣੀ ਉਹਦੇ ਪਿੱਛੇ ਗਏ। ਸੜਕ ਤੋਂ ਥੱਪੜ ਮਾਰਦੇ ਅੰਦਰ ਲੈ ਕੇ ਆਏ। ਮਾਂ, ਮਾਮਾ, ਨਾਨਾ ਸਭ ਚੁੱਪਚਾਪ ਵੇਖਦੇ ਰਹੇ। ਨਾ ਕਿਸੇ ਛੁਡਾਇਆ, ਨਾ ਕੋਈ ਬੋਲਿਆ। ਸਾਰੇ ਆਪੋ ਆਪਣੇ ਕਮਰਿਆਂ ਵਿੱਚ ਵੜ ਗਏ। ਇਹ ਗੱਲ ਸੁਣਾਉਣ ਤੋਂ ਬਾਅਦ ਸ਼ਿਵ ਦਰਸ਼ਨ ਹੋਣੀ ਦੱਸਿਆ ਸੀ, ਮੈਂ ਮਨੱਵਰ ਨੂੰ ਆਖਿਆ ਸੀ, ਤੂੰ ਇੱਥੇ ਇੰਡੀਆ ਰਹਿ ਲੈ, ਮੈਂ ਤੈਨੂੰ ਆਪਣੀ ਅੱਧੀ ਪ੍ਰਾਪਰਟੀ ਦੇ ਦਿੰਦਾ। ਮਹੀਨੇ ਕੁ ਬਾਅਦ ਉਹ ਮੁੜ ਗਿਆ ਸੀ। ਇਹ ਕਹਿੰਦਿਆਂ ਉਦਾਸ ਹੋ ਗਏ ਸਨ। ਫਿਰ ਸਰਦਾਰ ਸ਼ਿਵ ਦਰਸ਼ਨ ਸਿੰਘ ਹੋਣੀ ਡਸਕੇ ਗਏ। ਆਪਣਾ ਘਰ ਵੇਖਿਆ। ਘਰ ਦੇ ਪਿਛਵਾੜੇ ਖੂਹੀ ਵਾਲਾ ਉਹ ਥੜਾ ਵੇਖਿਆ ਜਿੱਥੇ ਕਦੇ ਉਹ ਦੋਵੇਂ ਦੋਸਤ ਦੀਵਾਨੇ ਗਾਲੋ ਪੜ੍ਹਦੇ ਹੁੰਦੇ ਸਨ। ਛੇਤੀ ਮਗਰੋਂ ਮਨੱਵਰ ਹੋਣੀ ਬਿਮਾਰ ਪੈ ਗਏ। ਇੱਕ ਦਿਨ ਮਨੱਵਰ ਦਾ ਫੋਨ ਆਇਆ। ਮੈਂ ਆਖਿਆ, ਮਨੱਵਰ। ਅੱਗੋਂ ਆਵਾਜ਼ ਆਈ, ਸ਼ਿਵ ਦਰਸ਼ਨ। 6 ਮਿੰਟ ਦੀ ਕਾਲ 'ਚ ਕੋਈ ਗੱਲ ਨਹੀਂ ਹੋਈ। ਅਸੀਂ ਦੋਵੇਂ ਰੋਈ ਗਏ। ਸ਼ਿਵ ਦਰਸ਼ਨ ਹੋਰਾਂ ਦੀ ਪੁੱਬ ਨਿਕਲ ਗਈ ਸੀ। 1996 'ਚ ਮਨੱਵਰ ਹੋਣੀ ਦੁਨੀਆ ਤੋਂ ਰੁਖਸਤ ਹੋ ਗਏ।
ਇਹ ਮਨਹੂਸ ਖਬਰ ਮੈਨੂੰ ਸੁਲੇਮਾਨ ਕੋਲੋਂ ਪਤਾ ਲੱਗੀ ਸੀ। ਉਹ ਦਿੱਲੀ ਦਾ ਸੀ, ਪਰ ਉਹਦੇ ਧੀਆਂ ਪੁੱਤ ਡਸ ਕੇ ਵਿਆਹੇ ਹੋਏ ਸਨ। ਉਹ ਡਸ ਕੇ ਆਉਂਦਾ ਜਾਂਦਾ ਰਹਿੰਦਾ ਸੀ। ਉਹਨੇ ਡਸ ਕੇ ਮੁੜਨਾ ਤਾਂ ਮੈਨੂੰ ਫੋਨ ਕਰਨਾ, ਮੈਂ ਉਹਦੇ ਲਈ ਗੱਡੀ ਭੇਜਣੀ। ਅਸੀਂ 2-2 ਘੰਟੇ ਡਸ ਕੇ ਤੇ ਮੁਨੱਵਰ ਦੀਆਂ ਗੱਲਾਂ ਕਰਦੇ ਰਹਿਣਾ। ਮੈਨੂੰ ਉਹ ਦਿਨ ਕਦੇ ਨਹੀਂ ਭੁੱਲਣਾ। ਉਸ ਦਿਨ ਉਹ ਬਹੁਤ ਉਦਾਸ ਸੀ। ਮੈਂ ਵਜ੍ਹਾ ਪੁੱਛੀ ਤਾਂ ਉਹਨੇ ਹੌਲੀ ਜਿਹੀ ਆਖਿਆ ਸੀ, ਸਰਦਾਰ ਜੀ, ਤੁਹਾਡਾ ਮੁਨੱਵਰ ਦੁਨੀਆ ਤੋਂ ਤੁਰ ਗਿਆ ਜੀ। ਇਹ ਆਖ ਸਰਦਾਰ ਸ਼ਿਵਦਰਸ਼ਨ ਸਿੰਘ ਹੋਣੀ ਚੁੱਪ ਹੋ ਗਏ ਸਨ। ਦੋਸਤ ਦੀ ਮੌਤ ਤੋਂ ਬਾਅਦ ਸ਼ਿਵਦਰਸ਼ਨ ਸਿੰਘ ਦਾ ਡਸ ਕੇ ਨਾਲ ਰਾਬਤਾ ਟੁੱਟ ਗਿਆ ਸੀ। ਮੁਨੱਵਰ ਖਾਂ ਦੇ 2 ਪੁੱਤਰ ਸਨ। ਆਉਣ ਵਾਲੇ ਵਕਤ 'ਚ ਵੱਡਾ ਪੁੱਤਰ ਬਾਬਲ ਨਸਰੁੱਲਾ ਖਾਂ ਸਾਹੀ ਕੈਨੇਡਾ 'ਚ ਸੈਟਲਡ ਹੋ ਗਿਆ। ਕੋਈ 20-22 ਵਰ੍ਹਿਆਂ ਬਾਅਦ ਉਹਨੇ ਆਪਣੇ ਚਾਚੇ ਸ਼ਿਵਦਰਸ਼ਨ ਸਿੰਘ ਨੂੰ ਫੇਸਬੁੱਕ ਰਾਹੀਂ ਲੱਭ ਲਿਆ ਸੀ। ਅਗਲੀ ਗੱਲ ਮੈਨੂੰ ਬਾਬਰ ਹੋਣਾ ਸੁਣਾਈ। ਮੇਰੀ ਚਾਚੇ ਸ਼ਿਵਦਰਸ਼ਨ ਸਿੰਘ ਹੋਣਾ ਨਾਲ ਟੈਲੀਫੋਨ 'ਤੇ ਪਹਿਲੀ ਵਾਰ ਗੱਲਬਾਤ ਹੋਈ। ਚਾਚੇ ਹੋਰੀ ਨਿਰੰਤਰ ਸਵਾਲ ਕਰਦੇ ਗਏ। ਉਹਨਾਂ ਪੁੱਛਿਆ, ਭਾਜੀ ਮਹਿਮੂਦ ਦਾ ਕੀ ਹਾਲ ਹੈ? ਮੈਂ ਆਖਿਆ, ਉਹ ਵੀ ਫੌਤ ਹੋ ਗਏ ਨੇ। ਉਹਨਾਂ ਪੁੱਛਿਆ, ਭਾਜੀ ਮਸੂਦ ਦਾ ਕੀ ਹਾਲ ਹੈ? ਮੇਰਾ ਜਵਾਬ ਸੀ, ਉਹ ਵੀ ਫੌਤ ਹੋ ਗਏ ਨੇ। ਮੁਬਾਰਕ ਦਾ ਕੀ ਹਾਲ ਹੈ? ਉਹ ਵੀ ਫੌਤ ਹੋ ਗਏ ਨੇ। ਫਿਰ ਉਹਨਾਂ ਪੀਆ ਦਾ ਹਾਲ ਪੁੱਛਿਆ। ਇਹ ਸਾਡੀ ਵੱਡੀ ਫੁੱਫੀ ਸੀ। ਮੇਰਾ ਜਵਾਬ ਸੀ, ਉਹ ਵੀ ਫੌਤ ਹੋ ਗਈ। ਚਾਚੇ ਹੋਰਾਂ ਦਾ ਅਗਲਾ ਸਵਾਲ ਸੀ, ਹਬੀਬਾ? ਉਹ ਤਾਂ ਛੋਟੀ ਸੀ, ਉਹ ਤਾਂ ਠੀਕ ਹੋਏਗੀ। ਮੇਰਾ ਜਵਾਬ ਇਸ ਵਾਰ ਵੀ ਉਹੀ ਸੀ, ਉਹ ਵੀ ਫੌਤ ਹੋ ਗਈ ਜੀ। ਚਾਚੇ ਸ਼ਿਵਦਰਸ਼ਨ ਸਿੰਘ ਹੋਣੀ ਤੜਫ ਕੇ ਬੋਲੇ, ਫਿਰ ਮੈਂ ਕਿਉਂ ਜਿਉਂਦਾ ਪਿਆ? ਦੱਸ ਰੋਂਦਿਆਂ ਬਾਬਰ ਹੋਰਾਂ ਦੀ ਪੁੱਗ ਨਿਕਲ ਗਈ ਸੀ। ਗੱਲਾਂ 'ਚ ਬਾਬਰ ਹੋਰੀ ਆਪਣੇ ਚਾਚੇ ਨੂੰ ਮੁੰਡੇ ਝੰਜੋੜਨ ਵਾਲੀ ਗੱਲ ਵੀ ਸੁਣਾ ਦਿੱਤੀ ਸੀ। ਉਹਨਾਂ ਇਹ ਸਾਰੀ ਗੱਲਬਾਤ ਇੱਕ ਵਾਰ ਫਿਰ ਤੋਂ ਸੁਣੀ। ਇੱਕ ਛੇਣ ਲਈ ਚੁੱਪ ਰਹਿਣ ਤੋਂ ਬਾਅਦ ਬੋਲੇ, ਬਾਬਰ ਪੁੱਤ, ਮੇਰੇ ਮਰਨ ਤੋਂ ਪਹਿਲਾਂ ਤੂੰ ਇੰਡੀਆ ਦਾ ਗੇੜਾ ਲਗਾ ਲੈ। ਮੈਂ ਚਾਹੁੰਦਾ ਕਿ ਜਿਹੜੀ ਸਜ਼ਾ ਮੇਰੇ ਭਰਾ ਨੇ ਮੇਰੇ ਲਈ ਮੁਕਰਰ ਕੀਤੀ ਸੀ, ਉਹ ਸਜ਼ਾ ਮੈਨੂੰ ਤੂੰ ਦੇਵੇਂ। ਬਾਬਰ ਹੋਣੀ ਦੱਸਿਆ। ਮੈਂ ਤੜਫ ਉੱਠਿਆ। ਮੈਂ ਪੁੱਛਿਆ, ਚਾਚਾ ਜੀ, ਇਹ ਕਿਵੇਂ ਹੋ ਸਕਦਾ? ਉਹ ਬੋਲੇ, ਬਿਨਾਂ ਸ਼ੱਕ ਮੈਂ ਸਜ਼ਾ ਦਾ ਹੱਕਦਾਰ ਹਾਂ। ਮੁਨੱਵਰ ਦਾ ਸਰਨਾਮਾ ਤਾਂ ਮੈਨੂੰ ਪਤਾ ਸੀ। ਮੈਂ ਉਹਨੂੰ ਕੋਈ ਖੱਤ ਨਾ ਲਿਖਿਆ। ਉਹ ਕਿੰਨਾ ਤੜਫਿਆ ਹੋਵੇਗਾ। ਬਾਬਰ ਪੁੱਤ, ਹੁਣ ਤੈਨੂੰ ਝੰਜੋੜਨਾ ਦਾ ਪੈਣਾ ਹੈ। ਇਹ ਹੁਣ ਤੇਰੀ ਮਰਜ਼ੀ ਹੋਊ ਕਿ ਤੂੰ ਮੈਨੂੰ ਕਿੰਨਾ ਕੁ ਝੰਜੋੜਨਾ ਹੈ। ਹਲਕਾ ਜਿਹਾ ਝਟਕਾ ਦੇਣਾ ਹੈ ਕਿ ਜ਼ਮੀਨ 'ਤੇ ਪਟਕਾ ਕੇ ਸੁੱਟਣਾ ਹੈ। ਮੈਂ ਟੈਲੀਫੋਨ 'ਤੇ ਇੱਕ ਛਣ ਲਈ ਚੁੱਪ ਸੁਰ ਗਈ ਸੀ। ਨਵੰਬਰ 'ਚ ਇੰਡੀਆ ਆ ਰਿਹਾ। ਮੇਰੇ ਲਈ ਬਹੁਤ ਮੁਸ਼ਕਿਲ ਹੋਏਗਾ ਚਾਚੇ ਸ਼ਿਵਦਰਸ਼ਨ ਸਿੰਘ ਦੇ ਮੁੰਡਿਆਂ ਨੂੰ ਛੂਹਣਾ, ਪਰ ਉਹਨਾਂ ਦੇ ਦਿਲ 'ਤੇ ਪਿਆ ਬੋਝ ਉਤਾਰਨਾ ਬਹੁਤ ਜ਼ਰੂਰੀ ਹੈ। ਬਸ ਪੋਲਾ ਜਿਹਾ ਛੂਹਾਂਗਾ, ਹਲਕਾ ਜਿਹਾ ਝੰਜੋੜਾਂਗਾ। ਤੇ ਬਾਬਰ ਹੋਰਾਂ ਕੋਲੋਂ ਗੱਲ ਪੂਰੀ ਨਹੀਂ ਸੀ ਹੋਈ। ਉਹ ਰੋ ਪਏ ਸਨ।